ਸਭ ਨੂੰ ਜੈ ਮਸੀਹ ਦੀ ਜੈ ਮਸੀਹ ਦੀ ਜੈ ਮਸੀਹ ਦੀ। ਧੰਨਵਾਦ ਜੀ। ਪਰਮੇਸ਼ਰ ਦਾ ਸੱਚਮੁੱਚ ਸ਼ੁਕਰ ਕਰਦੇ ਹਾਂ ਕਿ ਆਪਾਂ ਨੂੰ ਇਸ ਸਮਾਂ ਮੌਕਾ ਦਿੱਤਾ ਤੇ ਆਪਾਂ ਇਕੱਠੇ ਹੋ ਕੇ ਬਾਈਬਲ ਸਟੱਡੀ ਕਰ ਸਕੀਏ ਔਰ ਵਚਨ ਦੇ ਵਿੱਚੋਂ ਸਿੱਖ ਸਕੀਏ, ਸਮਝ ਸਕੀਏ। ਔਰ ਇਸ ਚਰਚ ਦੇ ਲਈ ਅਸੀਂ ਪੰਜਾਬੀ ਮਸੀਹ ਚਰਚ ਦੇ ਵਿੱਚ ਅਸੀਂ ਬੈਠੇ ਹਾਂ ਇੱਥੇ ਆਪਾਂ ਬਾਈਬਲ ਸਟੱਡੀ ਚਰਚ ਦਾ ਵੀ ਸ਼ੁਕਰ ਕਰਦੇ ਹਾਂ ਤੇ ਪਰਮੇਸ਼ਰ ਨੇ ਚਰਚ ਦਿੱਤਾ। ਔਰ ਆਪਾਂ ਬਾਈਬਲ ਸਟੱਡੀ ਬਦਲ ਜੀ ਅੱਜ ਆਪਾਂ ਕਰਨਾ ਚਾਹੁੰਦੇ ਹਾਂ, ਆਪਾਂ ਬੁੱਕ ਆਫ ਰੈਵਲੇਸ਼ਨ ਤਾਂ ਕਰ ਰਹੇ ਹਾਂ ਹਾਂਜੀ ਉਹ ਤੇ ਹਾਂਜੀ ਜੀ ਜੀ ਤੇ ਪਰ ਹੁਣ ਆਪਾਂ ਅੱਜ ਥੋੜਾ ਜਿਹਾ ਵਿੱਚ ਇੱਕ ਜ਼ਰੂਰਤ ਸਮਝਦੇ ਹਾਂ ਦਸਵੰਧ ਟਾਈਡਿੰਗ ਆਫਰਿੰਗ ਜੋ ਆਪਾਂ ਦਿੰਦੇ ਹਾਂ ਨਾ ਦਾਇਕੀ ਉਹਦੇ ਤੇ ਥੋੜੀ ਜਿਹੀ ਬਾਈਬਲ ਸਟੱਡੀ ਹੋਰ ਆਪਾਂ ਕਰੀਏ ਤੇ ਉਹ ਆਪਾਂ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਆਪਾਂ ਸਾਮ ਦੇ ਭਜਨ 147 ਦੀਆਂ ਪੜ੍ਹਦੇ ਹੈਗੇ ਹਾਂ ਜੀ 7 ਤੋਂ 12 ਜੀ ਆਇਤਾਂ। ਉਹਦੇ ਵਿੱਚ ਲਿਖਿਆ ਹੈ ਜੀ ਸਾਮ ਜ਼ਬੂਰ 147 ਦੀਆਂ 7 ਤੋਂ 12 ਵਿੱਚ ਲਿਖਿਆ ਹੈ, ਪ੍ਰਭੂ ਦਾ ਧੰਨਵਾਦ ਕਰੋ, ਸਾਡੇ ਪਰਮੇਸ਼ਰ ਲਈ ਬਰਬਤ ਵਜਾ ਕੇ ਭਜਨ ਗਾਓ। ਉਹ ਆਕਾਸ਼ ਨੂੰ ਬੱਦਲਾਂ ਨਾਲ ਢੱਕਦਾ ਅਤੇ ਧਰਤੀ ਤੇ ਮੀਂਹ ਘੱਲਦਾ ਅਤੇ ਪਹਾੜਾਂ ਤੇ ਘਾਹ ਉਗਾਉਂਦਾ ਹੈ। ਹਾਲੇਲੂਇਆ। ਉਹ ਜਾਨਵਰਾਂ ਤੇ ਪੰਛੀਆਂ ਨੂੰ ਭੋਜਨ ਦਿੰਦਾ ਹੈ। ਉਸ ਦੀ ਖੁਸ਼ੀ ਨਾ ਤਾਂ ਤਕੜੇ ਘੋੜੇ ਹਨ ਨਾ ਹੀ ਮਨੁੱਖਾਂ ਦੀ ਗਿਣਤੀ। ਜੀ ਹਾਲੇਲੂਇਆ। ਉਸ ਦੀ ਖੁਸ਼ੀ ਨਾ ਤਾਂ ਤਕੜੇ ਘੋੜੇ ਹਨ ਨਾ ਹੀ ਮਨੁੱਖਾਂ ਦੀ ਗਿਣਤੀ, ਪਰ ਪ੍ਰਭੂ ਦੀ ਖੁਸ਼ੀ ਉਸਦੇ ਡਰਨ ਵਾਲਿਆਂ ਤੋਂ ਹੈ। ਕੀ ਬਾਤ। ਹਾਂਜੀ, ਉਸ ਤੋਂ ਉਸਦੇ ਡਰਨ ਵਾਲਿਆਂ ਤੋਂ ਹੈ ਅਤੇ ਉਸ ਦੀ ਦਇਆ ਦੀ ਉਮੀਦ ਰੱਖਣ ਵਾਲਿਆਂ ਤੋਂ ਹੈ। ਵਾਹ। ਹਾਂਜੀ, ਹੇ ਯਰੂਸ਼ਲਮ ਪ੍ਰਭੂ ਦੀ ਮਹਿਮਾ ਕਰ, ਹੇ ਸਿਯੋਨ ਆਪਣੇ ਪਰਮੇਸ਼ਰ ਦੀ ਵਡਿਆਈ ਕਰ। ਵਾਹ ਜੀ ਵਾਹ। ਹਾਲੇਲੂਇਆ। ਪਿਤਾ ਆਪ ਦਾ ਸ਼ੁਕਰ ਕਰਦੇ ਹਾਂ, ਆਪ ਸੱਚੇ ਜੀਂਦੇ ਜਾਗਦੇ ਪਰਮੇਸ਼ਰ ਹੋ ਔਰ ਆਪ ਦੀਆਂ ਅੱਖਾਂ ਹਰ ਜਗ੍ਹਾ ਹਨ। ਆਪ ਸਭ ਕੁਝ ਦੇਖਦੇ ਹੋ, ਆਪ ਤੋਂ ਕੁਝ ਵੀ ਛੁਪਿਆ ਨਹੀਂ ਹੈ। ਪਰਮੇਸ਼ਰ ਪਿਤਾ ਇੱਕ ਇੱਕ ਸਾਡੇ ਮਨਾਂ ਦੇ ਵਿਚਾਰ ਜੋ ਹਲੇ ਸੋਚਾਂ ਹੀ ਹਨ ਉਹ ਵੀ ਆਪ ਤੋਂ ਛੁਪੀਆਂ ਨਹੀਂ ਹੋਈਆਂ। ਪਰਮੇਸ਼ਰ ਪਿਤਾ ਤੇ ਆਪ ਦਾ ਸ਼ੁਕਰ ਕਰਦੇ ਹਾਂ ਆਪ ਜੀ ਦੀ ਦਇਆ ਰਹਿਮ ਕਿਰਪਾ ਦੇ ਲਈ ਜੋ ਆਪ ਆਪਣੇ ਡਰਨ ਵਾਲਿਆਂ ਤੇ ਕਰਦੇ ਹੋ। ਪਰਮੇਸ਼ਰ ਪਿਤਾ ਆਪ ਜੀ ਦਾ ਸ਼ੁਕਰ ਕਰਦੇ ਹਾਂ, ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦਾ ਕਿ ਉਸ ਨੂੰ ਇਸ ਧਰਤੀ ਤੇ ਭੇਜਿਆ ਸਾਡੇ ਪਾਪਾਂ ਦੀ ਖਾਤਰ, ਸਾਨੂੰ ਪਾਪਾਂ ਤੋਂ ਆਜ਼ਾਦ ਕਰ ਸਕੇ, ਪਾਪਾਂ ਦੀ ਸਜ਼ਾ ਤੋਂ ਆਜ਼ਾਦ ਕਰ ਸਕੇ। ਪਰਮੇਸ਼ਰ ਪਿਤਾ ਆਪ ਜੀ ਦਾ ਸ਼ੁਕਰ ਕਰਦੇ ਹਾਂ। ਅੱਜ ਜੋ ਅਸੀਂ ਬਾਈਬਲ ਸਟੱਡੀ ਕਰਨ ਜਾ ਰਹੇ ਹਾਂ ਪਰਮੇਸ਼ਰ ਪਿਤਾ ਆਪ ਦੇ ਵਚਨ ਨੂੰ ਸਿੱਖਣ ਜਾ ਰਹੇ ਹਾਂ, ਪੜ੍ਹਨ ਜਾ ਰਹੇ ਹਾਂ। ਸਾਡੇ ਨਾਲ ਆਪ ਦੇ ਵਚਨ ਦੁਆਰਾ ਗੱਲਬਾਤ ਕਰੋ, ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ। ਪਰਮੇਸ਼ਰ ਪਿਤਾ ਆਪ ਜੀ ਦੀ ਮਰਜ਼ੀ ਪੂਰੀ ਹੋਵੇ। ਆਪ ਜੀ ਦਾ ਪਵਿੱਤਰ ਆਤਮਾ ਜੋ ਇਸ ਵਚਨ ਦਾ ਲਿਖਾਰੀ ਹੈ ਉਸ ਤੋਂ ਮੰਗਦੇ ਹਾਂ ਪਰਮੇਸ਼ਰ ਪਿਤਾ ਕਿ ਸਾਡੇ ਨਾਲ ਗੱਲਬਾਤ ਕਰੋ ਔਰ ਇਹ ਸਾਰੀ ਬਾਈਬਲ ਸਟੱਡੀ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ। ਸਾਡੇ ਸਵਾਲਾਂ ਦੇ ਜਵਾਬ ਜੋ ਵਚਨ ਦੀਆਂ ਗਹਿਰਾਈਆਂ ਤੱਕ ਲੈ ਕੇ ਜਾਓ ਪਰਮੇਸ਼ਰ ਪਿਤਾ, ਔਰ ਇਸ ਦਾ ਸਾਰਾ ਜਲਾਲ ਸਾਰੀ ਮਹਿਮਾ ਆਪ ਨੂੰ ਦਿੰਦੇ ਹਾਂ ਔਰ ਸਾਰੀ ਚੰਗਿਆਈ ਆਪ ਤੋਂ ਹੀ ਆਉਂਦੀ ਹੈ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਨਾਮ ਤੇ। ਆਮੀਨ। ਹਾਲੇਲੂਇਆ। ਹਾਂਜੀ ਬ੍ਰਦਰ ਜੀ। ਹਾਂਜੀ, ਜਿਸ ਤਰ੍ਹਾਂ ਆਪਾਂ ਨਾ ਟਾਈ ਦੀ ਦਸਵੰਧ ਆਫਰਿੰਗ ਜੋ ਆਪਾਂ ਦਿੰਦੇ ਹਾਂ ਹੈ ਨਾ ਉਹਦੇ ਬਾਰੇ ਹੈਗਾ। ਪਹਿਲਾਂ ਦੱਸੋ ਜੀ ਟਾਈਡਿੰਗ ਦਸਵੰਧ ਦੇ ਦਾਇਕੀ ਹੁੰਦੀ ਕੀ ਆ? ਹਾਂਜੀ, ਤੇ ਇਹ ਕਦੋਂ ਸ਼ੁਰੂ ਹੋਈ ਤੇ ਇਹ ਕਦੋਂ ਤੱਕ ਜਾਣੀ ਆ? ਕਦੋਂ ਸ਼ੁਰੂ ਹੋਈ, ਕਦੋਂ ਤੱਕ ਜਾਣੀ? ਹਾਂ, ਕਿ ਆਉਣ ਵਾਲੇ ਸਮੇਂ ਵਿੱਚ ਵੀ ਜਿੱਦਾਂ ਜੇ ਆਪਾਂ ਸਮਿਆਂ ਨੂੰ ਨਾ ਪਹਿਲਾ ਹਿੱਸਾ ਮੰਨ ਲਈਏ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਦਾ ਸਮਾਂ, ਪੁਰਾਣੇ ਨਿਯਮ ਦਾ ਸਮਾਂ। ਅੱਛਾ। ਫਿਰ ਆਹ ਚੱਲ ਰਿਹਾ ਹੈਗਾ ਗ੍ਰੇਸ ਦਾ ਸਮਾਂ, ਦਇਆ ਦਾ ਸਮਾਂ ਔਰ ਯਿਸੂ ਮਸੀਹ ਦੀ ਆਹ ਸਮਾਂ। ਹਾਂਜੀ, ਚਰਚ ਇਹ ਚੱਲ ਰਹੀ ਹੈ। ਹਾਂਜੀ, ਤੇ ਤੀਸਰਾ ਆਪਾਂ ਕਹਿ ਸਕਦੇ ਹੈਗਾ 1000 ਸਾਲਾ ਬਾਦਸ਼ਾਹੀ, ਕਿੰਗਡਮ ਏਜ ਆਉਣਾ। ਹਾਂਜੀ, ਤੇ ਉਸ ਤੋਂ ਬਾਅਦ ਫਿਰ ਜਿਹੜਾ ਸਵਰਗ ਇੱਥੇ ਧਰਤੀ ਤੇ ਆਉਣਾ ਉਹ ਫਿਰ ਉਹ ਚੌਥਾ। ਚਾਰ ਆਪਾਂ ਜੇ ਹਿੱਸਿਆਂ 'ਚ ਵੰਡ ਲਈਏ ਤੇ ਚੌਥਾ ਹਿੱਸਾ, ਤੀਜਾ ਹਿੱਸਾ ਉਹ ਤੇ ਫਿਰ ਹੋਣ ਵਾਲਾ ਦੇ ਵਿੱਚ ਇਹ ਉੱਥੇ ਤੱਕ ਚੱਲਣਾ, ਕਦੋਂ ਤੱਕ ਚੱਲਣਾ ਤੇ ਕਦੋਂ ਸ਼ੁਰੂ ਹੋਇਆ ਤੇ ਦਸਵੰਧ ਹੁੰਦਾ ਕੀ ਹੈ ਕਿ ਇਹ ਥੋੜ੍ਹਾ ਜਿਹਾ
ਤੇ ਬੜੀ ਤਿਆਰੀ ਸਵਾਲ ਔਰ ਅੱਛੀ ਗੱਲ ਹੈ। ਤੇ ਜਿਹੜਾ ਸਮਾਂ ਫਿਰ ਬਾਅਦ ਵਿੱਚ ਆਪਾਂ ਕਰਾਂਗੇ, ਜਿਹੜਾ ਅੱਜ ਸਮਾਂ ਚਰਚ ਇਹ ਚੱਲ ਰਹੀ ਹੈ, ਇਹਦੇ ਵਿੱਚ ਵੀ ਕੀ ਇਹ ਜ਼ਰੂਰੀ ਹੈਗਾ, ਦੇਣਾ ਚਾਹੀਦਾ। ਹਾਂਜੀ, ਪਹਿਲਾਂ ਇਹ ਸ਼ੁਰੂ ਕਰਦੇ ਹਾਂ ਵੀ ਦਸਵੰਧ ਹੈ ਕੀ ਆ। ਹਾਲੇਲੂਇਆ, ਜੈ ਮਸੀਹ ਦੀ, ਜੈ ਮਸੀਹ ਦੀ, ਹਾਲੇਲੂਇਆ। ਦੇਖੋ ਜੀ, ਟਾਇਥ, ਦਾਇਕੀ, ਦਸਵੰਧ, ਇਹਦੇ ਲਈ ਜਿਹੜਾ ਅਬਰਾਨੀ ਜਾਂ ਹਿਬਰੂ ਵਰਡ ਯੂਜ਼ ਹੋਇਆ ਨਾ, ਉਹ ਵੇ ਮਾਸਰ, MA apostrophe ਹੈ, ਫਿਰ ASER, MA apostrophe ਨਹੀਂ ਹੁੰਦਾ ਜਿਸ ਹਾਂ MA apostrophe ਫਿਰ ASER, MA apostrophe S ਉੱਤੇ ਪਾ ਲਓ, ਹੈ ਨਾ, apostrophe, ਠੀਕ ਹੈ, MAASER। ਇਹਦਾ ਮਤਲਬ ਹੁੰਦਾ ਹੈ 10ਵਾਂ ਹਿੱਸਾ। ਸੋ ਬਾਈਬਲ ਦੇ ਵਿੱਚ ਇਹ ਮਾਸਰ ਲਫ਼ਜ਼ ਜਿਹੜਾ ਹੈਗਾ, ਜਿਹਨੂੰ ਦਸਵੰਧ ਕਹਿੰਦੇ ਨੇ, ਦਾਇਕੀ ਕਹਿੰਦੇ ਨੇ, ਇਹ 32 ਦਫਾ 32 ਟਾਈਮਸ ਯੂਜ਼ ਹੋਇਆ ਹੈ, ਹਾਂਜੀ। ਔਰ 10 ਦਾ ਮੀਨਿੰਗਸ ਜਾਂ ਮਾਇਨੇ ਜਾਂ ਮਤਲਬ ਜਿਹੜੇ ਨੇ ਉਹ ਕਾਫੀ ਨੇ। ਮਿਸਾਲ ਦੇ ਤੌਰ ਤੇ ਕਿ ਅਸੀਂ ਇਹਨੂੰ ਡਾਇਰੈਕਸ਼ਨ ਦੇ ਵਿੱਚ ਵੀ ਯੂਜ਼ ਕਰਨੇ ਆ। ਜਦੋਂ ਯਹੋਵਾ ਪਾਕ ਖੁਦਾ ਨੇ ਬਨੀ ਇਸਰਾਈਲ ਕੌਮ ਨੂੰ ਵੇਖਿਆ ਕਿ ਇਹ ਤਾਂ ਬਿਲਕੁਲ ਹੀ ਵਿਗੜ ਚੁੱਕੇ ਨੇ, ਤੇ ਇਹਨਾਂ ਨੂੰ ਕੋਈ ਡਾਇਰੈਕਸ਼ਨ ਦੇਣ ਲਈ, ਜਿਸ ਤਰ੍ਹਾਂ 10 ਕਮਾਂਡਮੈਂਟਸ 10 ਹੁਕਮਾਂ ਦੀ ਗੱਲ ਹੁੰਦੀ ਹੈ, ਠੀਕ ਹੈ। ਔਰ ਇੱਕ ਤੇ ਇਹ ਹੁੰਦਾ ਡਾਇਰੈਕਸ਼ਨ ਦੇਣਾ, ਦੂਜਾ ਹੁੰਦਾ ਹੈ ਕਿ ਕੰਪਲੀਟ ਕਰਨਾ ਜਾਂ ਕੋਈ ਚੀਜ਼ ਨੂੰ ਕੰਪਲੀਸ਼ਨ ਦੇ ਵਿੱਚ ਜ਼ਾਹਿਰ ਕਰਨਾ, ਠੀਕ ਹੈ, ਜਾਂ ਕਿਸੇ ਚੀਜ਼ ਦਾ ਪੂਰਾ ਹੋਣਾ ਜਾਂ ਕਿਸੇ ਚੀਜ਼ ਨੂੰ ਪੂਰੇ ਤੌਰ ਤੇ ਹੋ ਜਾਣਾ, ਇਹ ਵੀ ਇਹਦੇ ਤੇ ਹੁੰਦਾ ਹੈ। ਹੁਣ ਅਸਲ ਵਿੱਚ ਸਵਾਲ ਇਹ ਵੀ ਦਾਇਕੀ ਕੀ ਇਹ ਤੇ ਕਦੋਂ ਸ਼ੁਰੂ ਹੋਈ। ਦੇਖੋ ਜੀ, ਇਹ ਲਾਅ, ਮੋਜ਼ੇਸ ਲਾਅ ਜਿਹਨੂੰ ਕਹਿੰਦੇ ਨੇ, ਨੇਮ ਆਣੇ ਤੋਂ 403 ਯਾਨੀ 430 ਈਅਰਸ ਪਹਿਲੇ ਜਿਹੜੀ ਸੀ ਇਹ ਪ੍ਰੈਕਟਿਸ ਕੀਤੀ ਜਾਂਦੀ ਸੀ। ਜਿਸ ਤਰੀਕੇ ਨਾਲ ਅਸੀਂ ਵੇਖਦੇ ਹਾਂ ਕਿ ਇਹ ਪ੍ਰੈਕਟਿਸ ਹੁਣ ਇਹਦਾ ਤੇ ਹੁਕਮ ਦਿੱਤਾ ਹੀ ਨਹੀਂ ਸੀ ਰੱਬ ਨੇ। ਇਹ ਗੱਲ ਕਰ ਰਹੇ ਹਾਂ ਇਬਰਾਹਿਮ ਨੇ ਜਦੋਂ ਮਲਕੇ ਸਿਦਕ ਨੂੰ 430 ਸਾਲ ਪਹਿਲੇ ਦੀ ਗੱਲ ਹੋਣ ਦੀ ਹੈ, ਲਾਅ ਸ਼ਰੀਅਤ ਆਉਣ ਤੋਂ ਪਹਿਲੇ ਦੀ ਗੱਲ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਇਬਰਾਹਿਮ ਨੇ, ਯਾਕੂਬ ਨੇ, ਅੱਗੇ ਜ਼ਿਕਰ ਕਰ ਲਾਂਗੇ ਕਿ ਇਹ ਕਿੱਥੋਂ ਇਹਨਾਂ ਦੇ ਦਿਲਾਂ 'ਚ ਖਿਆਲ ਆਇਆ। ਸੋ ਬਈ ਜੀ ਗੱਲ ਇਹ ਹੈ ਕਿ ਖੁਦਾਵੰਦ ਜਿਹੜਾ ਯਹੋਵਾ ਪਾਕ ਖੁਦਾ ਹੈ, ਇਹ ਜਿਹੜਾ ਦਿਲ ਹੈ ਨਾ, ਜਿਹਨੂੰ ਤੁਸੀਂ ਕਹਿ ਲਓ ਵਿਵੇਕ ਕਹਿ ਲਓ, ਜ਼ਮੀਰ ਕਹਿ ਲਓ, ਹੈ ਜੀ, ਉਹਨਾਂ ਦੇ ਵਿੱਚ ਇਹ ਚੀਜ਼ਾਂ ਉਹਨੇ ਲਿਖੀਆਂ ਦੀਆਂ ਨੇ ਹਰ ਇੱਕ ਇਨਸਾਨ ਦੇ। ਮਿਸਾਲ ਦੇ ਤੌਰ ਤੇ ਅਸੀਂ ਦੇਖ ਲਾਂਗੇ ਰੋਮੀਓ 1:19 ਪੜ੍ਹ ਦਿਓ, ਕਿਉਂਕਿ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਲਾਅ ਤੇ ਆਇਆ 430 ਸਾਲ ਤੋਂ ਬਾਅਦ ਦੀ ਗੱਲ ਹੈ, ਜਦੋਂ ਇਹ ਪ੍ਰੈਕਟਿਸ ਹੋ ਰਹੀ ਸੀ। ਸੋ ਦੋ ਹਵਾਲੇ ਪੜ੍ਹ ਦਿਓ, ਰੋਮਨਸ ਚੈਪਟਰ 1 ਵਰਸ 19 ਤੇ ਰੋਮਨਸ ਚੈਪਟਰ 2 ਵਰਸ 15 ਦੇ ਵਿੱਚ, ਠੀਕ ਹੈ। ਹਾਂਜੀ, ਇਹ ਹੁਣ ਕਿਸ ਤਰ੍ਹਾਂ ਆਉਂਦਾ ਹੈ? ਇਹ ਇਨਸਾਨ ਦੇ ਅੰਦਰ ਹੀ ਵਿਵੇਕ ਦਾ ਮਤਲਬ ਦਿਲ ਨਹੀਂ, ਮਤਲਬ ਹੈ ਜ਼ਮੀਰ, ਜਿਹੜੇ ਰੂਹ ਦਾ ਸਾਡਾ ਆਤਮਾ ਦਾ ਇੱਕ ਹਿੱਸਾ। ਪਲੀਜ਼ ਇਹ ਪੜ੍ਹ ਦਿਓ ਤੇ ਇਹ ਪਤਾ ਲੱਗ ਜਾਏਗਾ ਕਿ ਕਿਉਂ ਆਇਆ, ਕਿੰਝ ਆਇਆ। ਠੀਕ ਹੈ ਜੀ, ਆਪਾਂ ਪੜ੍ਹਦੇ ਹਾਂ ਜੀ ਰੋਮੀਆਂ 1:19 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਇਹ ਇਸ ਲਈ ਵੀ ਹੋਇਆ ਕਿਉਂਕਿ ਜੋ ਕੁਝ ਮਨੁੱਖ ਪਰਮੇਸ਼ਰ ਦੇ ਬਾਰੇ ਜਾਣ ਸਕਦੇ ਹਨ ਉਹ ਉਹਨਾਂ ਦੇ ਸਾਹਮਣੇ ਸਾਫ਼ ਪ੍ਰਗਟ ਹੋਣ। ਪਰਮੇਸ਼ਰ ਨੇ ਆਪ ਇਹ ਉਹਨਾਂ ਉੱਤੇ ਪ੍ਰਗਟ ਕੀਤਾ। ਹਾਂਜੀ, ਤੇ ਦੂਸਰੀ ਵੀ ਪੜ੍ਹ ਦਿਓ। ਹਾਂਜੀ, ਤੇ ਰੋਮੀਆਂ 2:15 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਇਸ ਤਰ੍ਹਾਂ ਉਹ ਆਪਣੇ ਆਚਰਣ ਰਾਹੀਂ ਪ੍ਰਗਟ ਕਰਦੇ ਹਨ ਕਿ ਜੋ ਕੁਝ ਨੇਮ ਸ਼ਾਸਤਰ ਚਾਹੁੰਦਾ ਹੈ ਉਹ ਉਹਨਾਂ ਦੇ ਮਨਾਂ ਤੇ ਲਿਖਿਆ ਹੋਇਆ ਹੈ। ਉਹਨਾਂ ਦਾ
ਅੰਤःਕਰਨ ਵੀ ਇਹ ਗੱਲ ਦੀ ਗਵਾਹੀ ਦਿੰਦਾ ਹੈ, ਕਿਉਂਕਿ ਉਹਨਾਂ ਦੇ ਵਿਚਾਰ ਕਦੀ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਹਨ ਅਤੇ ਕਦੀ ਨਿਰਦੋਸ਼। ਸੋ ਇਸੇ ਤਰੀਕੇ ਨਾਲ ਇਬਰਾਹਿਮ ਨੇ ਜੈਨਸਿਸ ਉਹਦੀ 14 ਦੀ 20 ਦੇਖੀਏ, ਯਾਨੀ ਬੁੱਕ ਆਫ ਕੀ ਕਹਿੰਦੇ ਨੇ ਉਹਨੂੰ, ਪਦਾਇਸ਼ ਉਤਪਤੀ ਜਾਂ ਉਤਪਤੀ 14 ਦੀ 20 ਦੇ ਵਿੱਚ ਇਹ ਮਲਕੇ ਸਿਦਕ ਜਿਹੜਾ ਹੈ ਨਾ, ਇਹ ਸਾਲਮ ਦਾ ਬਾਦਸ਼ਾਹ ਸੀ। ਸਾਲਮ ਦਾ ਮਤਲਬ ਇਹ ਹੋ ਗਿਆ ਕਿ ਪੁਰਾਣਾ ਯਰੂਸ਼ਲਮ ਨੂੰ ਸਾਲਮ ਵੀ ਕਹਿੰਦੇ ਸਨ, ਠੀਕ ਹੈ, ਤੇ ਨਾਲ ਉਹਦਾ ਬਾਦਸ਼ਾਹ ਤੇ ਕਾਹਿਨ ਵੀ ਸੀ, ਠੀਕ ਹੈ। ਇਹ ਬਾਅਦ ਵਿੱਚ ਕਿਧਰੇ ਕਰਾਂਗੇ ਕਿ ਕੌਣ ਸੀ ਦੀ, ਕੌਣ ਕਿੱਥੋਂ ਆਇਆ, ਕੀ ਹੋਇਆ, ਕਿਸ ਤਰ੍ਹਾਂ ਇਹ ਪ੍ਰਭੂ ਯਿਸੂ ਮਸੀਹ ਨੂੰ ਦਰਸਾਉਂਦਾ ਹੈ ਬੇਸਿਕਲੀ, ਠੀਕ ਹੈ। ਹਾਲੇਲੂਇਆ। ਸੋ ਇਹ ਜਦੋਂ ਇਬਰਾਹਿਮ ਨੇ ਲੁੱਟ ਦਾ ਮਾਲ ਲਿਆਂਦਾ, ਠੀਕ ਹੈ, ਔਰ ਉੱਥੇ ਅਸੀਂ ਦੇਖਦੇ ਹਾਂ ਕਿ ਮਲਕੇ ਸਦਕ ਨੂੰ ਉਹਨੇ ਇਹ ਦਾਇਕੀ ਦਿੱਤੀ, ਠੀਕ ਹੈ ਜੀ। ਇਹ ਦੇਖ ਲਓ ਚਾਰ, ਠੀਕ ਹੈ ਹਾਂਜੀ। ਫਿਰ ਅੱਗੇ ਚੱਲਦੇ ਆ ਕਿ ਯਕੂਬ, ਇਹ ਵੀ ਲਾਅ ਆਉਣ ਤੋਂ ਪਹਿਲੇ ਦੀ ਗੱਲ ਹੈ, ਉੱਥੋਂ ਸ਼ੁਰੂ ਹੋ ਜਾਂਦਾ ਹੈ, ਠੀਕ ਹੈ। ਯਕੂਬ ਹੈ ਨਾ, ਉਹਨੇ ਜੈਨਸਿਸ 28 ਔਰ ਉਹਦੀ 20 ਤੋਂ 22 ਆਇਤ ਦੇ ਵਿੱਚ, ਜੈਨਸਿਸ ਜਾਂ ਪਦਾਇਸ਼ ਉਤਪਤ 28 ਦੀ 20 ਤੋਂ 22, ਉਹਨੇ ਯਹੋਵਾ ਪਾਕ ਖੁਦਾ ਨੂੰ ਕਿਹਾ ਕਿ ਜੇ ਤੂੰ ਮੈਨੂੰ ਦੇਵੇਂ, ਬਰਕਤ ਦੇਵੇਂ, ਹਾਂਜੀ, ਤੇ ਮੈਂ ਇੰਝ ਕਰਾਂਗਾ ਕਿ ਮੈਂ ਉਹਦਾ ਦਸਵੰਧ ਤੈਨੂੰ ਦੇ ਦਾਂਗਾ। ਸੋ ਇਹ ਤੇ ਹੋ ਗਿਆ ਉਦੋਂ ਦੀ ਸ਼ੁਰੂ। ਹੁਣ ਦੂਸਰੀ ਗੱਲ ਇਹ ਹੈ ਕਿ ਮੋਜ਼ਿਸ ਨੂੰ ਖੁਦਾ ਨੇ ਫਿਰ ਹੁਕਮ ਦਿੱਤਾ, ਕਿਉਂਕਿ ਇਹ ਉਹਨੇ ਆਨਰ ਕੀਤਾ। ਅੱਛਾ, ਇੱਕ ਚੀਜ਼ ਹੋਰ ਦੇਖੋ ਕਿ ਮੋਜ਼ਿਸ ਨੂੰ ਜਦੋਂ ਰੱਬ ਨੇ ਹੁਕਮ ਦਿੱਤਾ ਤੇ ਲਾਅ ਜਿਹੜਾ ਹੈ, ਉਹ ਜਿਹੜਾ ਇਬਰਾਹਿਮ ਯਕੂਬ ਹੋਰੀ ਦਸਵੰਧ ਦੇ ਰਹੇ ਸਨ, ਉਹਨੂੰ ਕੈਂਸਲ ਨਹੀਂ ਕਰ ਸਕਿਆ। ਇੱਕ ਆਇਤ ਪੜ੍ਹ ਦਿਓ ਤਾਂ ਕਿ ਅਸੀਂ ਇਹ ਦੇਖੀਏ ਕਿ ਜੋ ਸ਼ੁਰੂ ਹੁਆ ਹੈ, ਰੱਬ ਨੇ ਜਿਹਨੂੰ ਆਨਰ ਕੀਤਾ ਉਹਨੂੰ ਕੋਈ ਮਾਈ ਦਾ ਲਾਲ ਕੈਂਸਲ ਹੀ ਨਹੀਂ ਕਰ ਸਕਦਾ। ਦੇਖ ਲਓ ਗਲਤੀਆਂ 3 ਦੀ 17 'ਚ ਦੇਖੋ, ਕਿਉਂਕਿ ਇਹ ਬਹੁਤ ਜ਼ਰੂਰੀ ਹੈ, ਠੀਕ ਹੈ। ਬਿਲਕੁਲ, ਕਿਉਂਕਿ ਰੱਬ ਫਿਰ ਜਿਸ ਤਰ੍ਹਾਂ ਜਦੋਂ ਦਿੰਦੇ ਆ ਉਹਨੂੰ ਆਨਰ ਕਰਦਾ ਤੇ ਉਹਨੂੰ ਬਰਕਤ ਦਿੰਦਾ ਹੈ। ਤੇ ਕਿਉਂਕਿ ਇਬਰਾਹਿਮ ਨੂੰ ਯਕੂਬ ਨੂੰ ਉਹਨਾਂ ਨੇ ਰੱਬ ਨੇ ਬਰਕਤ ਦੇਣੀ ਸੀਗੀ, ਬਰਕਤ ਦੇਣੀ ਸੀ ਜੇ ਉਦੋਂ ਉਹ ਨਹੀਂ ਬੀਜਣਾ ਸਕਦਾ, ਇਸ ਲਈ ਉਹਨੇ ਬਰਕਤ ਦੇਣ ਦਾ ਵੀ ਤਰੀਕਾ ਸੀ, ਉਹ ਯਹੋਵਾ ਪਾਕ ਖੁਦਾ ਨੇ ਉਹਨਾਂ ਦੇ ਮਨਾਂ 'ਚ ਪਾ ਦਿੱਤਾ ਸੀ, ਠੀਕ ਹੈ ਜੀ। ਬਿਲਕੁਲ। ਤੇ ਇਹ ਜਦੋਂ ਲਾਅ ਆਇਆ ਨਾ, ਉਦੋਂ ਦਾਇਕੀ ਨੂੰ ਕੈਂਸਲ ਨਹੀਂ ਕਰ ਸਕਿਆ, ਇਹ ਦੇਖਣਾ ਪਿਆ। ਹਾਂਜੀ, ਆਪਾਂ ਪੜ੍ਹਦੇ ਹਾਂ ਜੀ ਗਲਾਤੀਆਂ 3 ਦੀ 17 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਮੇਰੇ ਕਹਿਣ ਦਾ ਅਰਥ ਇਹ ਹੈ, ਵਿਵਸਥਾ ਜੋ 430 ਸਾਲ ਪਿੱਛੋਂ ਆਈ, ਪਹਿਲੇ ਹੋਏ ਪਰਮੇਸ਼ਰ ਦੇ ਇਕਰਾਰਨਾਮੇ ਨੂੰ ਵਿਅਰਥ ਨਹੀਂ ਕਰ ਸਕਦੀ ਅਤੇ ਨਾ ਉਸ ਦੀ ਦਿੱਤੀ ਪ੍ਰਤਿਗਿਆ ਨੂੰ ਖਤਮ ਕਰ ਸਕਦੀ ਹੈ। ਗੱਲ ਹੀ ਮੁੱਕ ਗਈ। ਰੱਬ ਤੇ ਦੇ ਰਿਹਾ ਮੋਜ਼ਿਸ ਨੂੰ, ਦੇ ਰਿਹਾ ਲੇਵੀਆਂ, ਲੈਵਿਟਿਕਸ, ਐਬਾਰ 27 ਦੀ 30 ਤੋਂ 34 ਹੈ, ਲੇਕਿਨ ਤੁਸੀਂ 30 ਤੇ 34 ਆਇਤ ਪੜ੍ਹ ਦਿਓ ਪਲੀਜ਼। 27 ਦੀ। ਹਾਂਜੀ, ਇਹ ਮੋਜ਼ਿਸ ਨੂੰ ਖੁਦਾ ਨੇ, ਯਹੋਵਾ ਪਾਕ ਖੁਦਾ ਨੇ ਹੁਕਮ ਦਿੱਤਾ, ਕਿਹਦਾ? ਦਸਵੰਧ ਦਾ, ਠੀਕ ਹੈ। 30 ਤੇ 34 ਪੜ੍ਹ ਦਿਓ, ਕਿਹੜੀ ਪੜ੍ਹ ਦਿਓ? 30 ਤੇ 34। ਹਾਂਜੀ, ਜਿਸ ਤਰ੍ਹਾਂ ਮੈਂ ਇੱਥੇ ਥੋੜ੍ਹਾ ਜਿਹਾ ਅਟਕ ਗਿਆ ਜੀ, ਵੀ ਉਹ ਜਿਹੜੀ ਪਹਿਲੀ, ਮੇਰੇ ਕਹਿਣ ਦਾ ਅਰਥ ਹੈ ਕਿ ਵਿਵਸਥਾ ਦੇ 430 ਸਾਲ ਪਹਿਲਾਂ, 30 ਸਾਲ ਪਿੱਛੋਂ ਆਇਆ, ਪਹਿਲੇ ਤੋਂ ਹੀ ਪਰਮੇਸ਼ਰ ਦੇ ਇਕਰਾਰਨਾਮੇ ਨੂੰ ਵਿਅਰਥ ਨਹੀਂ ਕਰ ਸਕਦੇ, ਹੈ ਨਾ। ਤੇ ਜੋ ਕੁਛ ਰੱਬ ਪਹਿਲਾਂ ਕੁਛ ਕੀਤਾ ਹੈਗਾ ਰੱਬ ਨੇ, ਉਹਨੂੰ ਉਹ ਵਿਅਰਥ ਨਹੀਂ ਕਰ ਸਕਦੇ। ਇਹ ਖੁਦਾ ਦੇ ਕਾਨੂੰਨ ਨੂੰ ਖੁਦਾ ਹੀ ਵੀ ਨਹੀਂ ਕਰਦਾ, ਠੀਕ ਹੈ। ਉਦੋਂ ਵੀ ਨਹੀਂ ਕਰਦਾ ਤੇ ਹੁਣ ਵੀ ਨਹੀਂ ਕਰਦਾ। ਦੇਖੋ ਜੀ, ਇਹ ਜਿਹੜਾ ਕਵਨੈਂਟ ਹੈ ਨਾ, ਨੇਮ, ਹਾਂਜੀ, ਇਹ ਨੇਮ ਨੂੰ ਖੁਦਾ ਪੂਰਾ ਕਰਦਾ ਹੀ ਕਰਦਾ ਹੈ,
ਠੀਕ ਹੈ। ਹਾਂਜੀ। ਬੜੇ ਵਾਕਿਆ ਨੇ। ਉਹ ਮੂਸਾ ਜਦੋਂ ਮੂਸਾ ਗਿਆ 10 ਹੁਕਮ ਲੈਣ ਲਈ ਜੀ, ਤੇ ਉਹ ਉੱਤੇ ਚਲਾ ਗਿਆ ਹੁਕਮ ਲੈਣ ਲਈ, ਤੇ ਥੱਲੇ ਉਹਦੇ ਭਰਾ ਹਾਰੂਨ ਨੇ ਉਹ ਜਿਹੜੀ ਬਣੀ ਇਸਰਾਈਲ ਕੌਮ ਸੀ, ਉਹਨਾਂ ਕਿਹਾ ਕਿ ਗੱਲ ਇਹ ਹੈ ਜੀ, ਪਤਾ ਨਹੀਂ ਮੂਸਾ ਨੇ ਆਉਣਾ ਕਿ ਨਹੀਂ ਆਉਣਾ, ਸਾਡੇ ਲਈ ਇੱਕ ਬਛੜਾ ਬਣਾ ਦੇ ਜਿਹੜਾ ਕਿ ਇਸਰਾਈਲੀ ਕੌਮ ਨੂੰ ਮਨਾ ਸੀ। ਤੇ ਨਾਲ ਹੀ ਉਹਨੇ ਫਿਰ ਸੋਨੇ ਦਾ ਬਛੜਾ ਬਣਾ ਦਿੱਤਾ ਤੇ ਸਾਰਾ ਕੁਝ ਹੋਇਆ। ਤੇ ਯਹੋਵਾ ਪਾਕ ਖੁਦਾ ਉਤੋਂ ਵੇਖ ਰਿਹਾ ਸੀ, ਤਾਂ ਮੂਸਾ ਨੂੰ ਕਹਿੰਦਾ ਵੇਖ ਤੇਰੇ ਨੂੰ, ਤੇ ਉਹ ਕਹਿੰਦਾ ਇਹਨਾਂ ਨੂੰ ਲੱਗਾ ਹੀ ਮੈਂ ਖਤਮ ਕਰ ਹੈਂ। ਤੇ ਉਹ ਕਹਿਣ ਲੱਗਾ ਖੁਦਾਇਆ ਨਾ ਕਰ, ਕੀ ਲੋਕ ਕਹਿਣਗੇ ਕਿ ਇਹਨਾਂ ਨੂੰ ਤੂੰ ਪਹਾੜਾਂ 'ਤੇ ਲਿਆ ਕੇ ਮਰਵਾਉਣ ਲੱਗਿਆ। ਸੋ ਚਲਦਿਆਂ ਗੱਲ ਇਹ ਹੋਈ ਕਿ ਖੁਦਾ ਬਿਲਕੁਲ ਕਹਿ ਰਿਹਾ ਸੀ ਕਿ ਮੂਸਾ ਤੇਰੇ ਵਿੱਚੋਂ ਮੈਂ ਇੱਕ ਨਸਲ ਕੱਢ ਦਾਂਗਾ, ਲੇਕਿਨ ਪਵਿੱਤਰ ਆਤਮਾ ਨੇ ਮੂਸਾ ਦੇ ਦਿਲ ਵਿੱਚ ਪਾਇਆ ਕਿ ਰੱਬ ਨੂੰ ਕਹਿ ਕਿ ਜਿਹੜਾ ਨੇਮ ਤੂੰ ਇਬਰਾਹਿਮ ਨੇਮ ਕਵਨੈਂਟ ਅਹਿਦ ਇਬਰਾਹਿਮ ਇਸਾਕ ਯਾਕੂਬ ਨਾਲ ਬੰਨਿਆ ਹੈ, ਕਿ ਤੂੰ ਤੇ ਇਹਨਾਂ ਨੂੰ ਸਮੁੰਦਰ ਦੀ ਰੇਤ ਤੇ ਆਕਾਸ਼ ਦੇ ਤਾਰਿਆਂ ਵਗੇ ਕਰੇਗਾ। ਉੱਥੇ ਫਿਰ ਲਿਖਿਆ ਹੈ ਕਿ ਖੁਦਾ ਨੂੰ ਉਹ ਨੇਮ ਉਹਨੇ ਯਾਦ ਕਰਾਇਆ ਕਵਨੈਂਟ, ਔਰ ਖੁਦਾ ਆਪਣੇ ਉਸ ਇਰਾਦੇ ਤੋਂ ਬਾਜ਼ ਆਇਆ। ਸੋ ਨੇਮ ਦੀ ਗੱਲ ਹੋ ਰਹੀ ਹੈ। ਸੋ ਇੱਥੇ ਖੁਦਾ ਨੇ ਹੁਕਮ ਦਿੱਤਾ ਹੈ ਕਿਹਨੂੰ, ਮੂਸਾ ਨੂੰ, ਤੇ ਮੂਸਾ ਇਹ ਦਸਵੰਧ ਜਿਹੜਾ ਹੈ ਇਹ ਕਰ। ਸੋ ਉਹ ਜੋ ਕੁਝ ਵੀ ਉਹ ਖੁਦਾ ਦੀ ਮਰਜ਼ੀ ਨਾਲ ਕਰ ਰਹੇ ਸਨ। ਔਰ ਇਹ ਜਿਹੜਾ ਮਲਕੇ ਸਿਦਕ ਹੈ ਇਹ ਅਸਲ ਵਿੱਚ ਇਨਸਾਨ ਹੈਗਾ ਸੀ। ਇਹਦਾ ਜਿਹੜਾ ਫੈਮਿਲੀ ਟਰੀ ਜਾਂ ਜੀਨੀਓਲੋਜੀ ਇਸ ਲਈ ਨਹੀਂ ਦੱਸੀ ਗਈ ਕਿਉਂਕਿ ਅਸਲੀ ਜਿਹੜਾ ਮਲਕੇ ਸਿਦਕ ਦੀ ਜਗ੍ਹਾ ਆਉਣਾ ਸੀ ਉਹ ਪ੍ਰਭੂ ਯਿਸੂ ਮਸੀਹ ਸੀ। ਹਾਲੇਲੂਇਆ। ਸੋ ਕਿਧਰੇ ਅਸੀਂ ਇਹਦੇ ਕੁਝ ਪੁਆਇੰਟ ਦੇਖਾਂਗੇ, ਸੋ ਫਿਰ ਅਸੀਂ ਟੌਪਿਕ ਤੇ ਰਹੀਏ, ਹੈ ਨਾ। ਸੋ ਮਲਕੇ ਸਿਦਕ ਨੂੰ ਦਿੱਤਾ ਜਿਹੜਾ ਕਿ ਗੈਰ ਕੌਮ ਚੋਂ ਸੀ, ਲੇਕਿਨ ਇਹ ਬੜੀ ਵੱਡੀ ਗੱਲ ਹੈ ਕਿ ਉਹ ਕਾਹਨ ਸੀ ਤੇ ਉਹ ਬਾਦਸ਼ਾਹ ਸੀ ਯਰੂਸ਼ਲਮ ਦਾ, ਸਾਲਮ ਪੁਰਾਣੇ ਯਰੂਸ਼ਲਮ ਦਾ ਜੀ। ਸੋ ਤੇ ਆਪਾਂ ਲੇਵੀਆਂ ਦਾ ਪੜ੍ਹਨਾ ਹੈ ਨਾ, ਹਾਂਜੀ 27 ਦਾ 30 ਤੋਂ 34 ਜੀ। ਹਾਂਜੀ, ਤੇ 30 ਦਾ 34 ਸਾਰਾ ਪੜ੍ਹ ਦੇਣਾ ਜੀ। 30 ਤੇ 34 ਪੜ੍ਹ ਦਿਓ। 30 ਤੇ 34 ਓਕੇ। ਲੇਵੀਆਂ 27 ਦਾ ਆਖਰੀ ਚੈਪਟਰ ਉਹਦਾ ਹੈਗਾ ਚੈਪਟਰ ਜੀ। 30 ਤੇ 27 30 ਤੇ 34 ਪੜ੍ਹਦੇ ਹਾਂ। ਠੀਕ ਹੈ ਜੀ। ਤੁਹਾਡੀ ਧਰਤੀ ਦਾ ਹਰ ਤਰ੍ਹਾਂ ਦੇ ਫਲ ਜਾਂ ਸਬਜ਼ੀਆਂ ਦਾ 10ਵਾਂ ਹਿੱਸਾ ਪ੍ਰਭੂ ਦਾ ਹੈ ਜੋ ਪਵਿੱਤਰ ਹੈ। ਹਾਂਜੀ, ਤੇ ਫਿਰ 34ਵੀਂ ਆਇਤ ਵਿੱਚ ਲਿਖਿਆ ਹੈਗਾ ਲੇਵੀਆਂ 27 ਦੀ 34, ਸੋ ਇਹ ਆਗਿਆਵਾਂ ਸਨ ਜੋ ਪ੍ਰਭੂ ਨੇ ਸਿਨੈ ਪਹਾੜ ਤੇ ਮੂਸਾ ਦੇ ਦੁਆਰਾ ਇਜ਼ਰਾਈਲੀ ਲੋਕਾਂ ਨੂੰ ਦਿੱਤੀਆਂ। ਇਹ ਉਹਦੇ ਸੀ ਹੁਕਮ ਸੀ। ਇਹ ਦਾਇਕੀ ਦੇਣਾ ਲਾਵੀਆਂ ਨੂੰ ਤੇ ਕਾਹਨਾਂ ਦੀ ਗੱਲ ਹੋ ਰਹੀ ਹੈ ਪ੍ਰੀਸਟ ਦੀ। ਅੱਛਾ, ਹੁਣ ਇੱਕ ਸਵਾਲ ਇਹ ਸੀ ਕਿ ਇਹ ਕੀ ਮਤਲਬ ਤੁਸੀਂ ਕਹਿ ਰਹੇ ਹੋ ਐਂਡ ਹੋ ਗਿਆ? ਹਾਂਜੀ, ਇਹ ਤਾਂ ਹੋ ਗਿਆ, ਇੱਥੋਂ ਸ਼ੁਰੂ ਹੋਇਆ ਤੇ ਦਾਇਕੀ ਕੀ ਹੁੰਦੀ ਹੈਗੀ ਹੈ, 10ਵਾਂ ਕੀ ਹੁੰਦਾ, ਤੇ ਕੀ ਇਹ ਹੁਣ ਚਰਚ ਏਜ ਤੋਂ ਬਾਅਦ ਜਿਹੜੀ ਹੁਣ ਚੱਲ ਰਹੀ ਹੈਗੀ ਆ, ਉਸ ਤੋਂ ਬਾਅਦ ਵੀ ਇਹ ਜੇ ਹੁਣ ਖਤਮ ਹੋ ਗਿਆ, ਸਪੋਜ਼ ਆਪਾਂ ਬਾਅਦ ਵਿੱਚ ਇਸ ਗੱਲ ਤੇ ਜਾਵਾਂਗੇ, ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਦਾਇਕੀ ਚੱਲੂਗੀ ਜਦੋਂ 1000 ਸਾਲਾ ਬਾਦਸ਼ਾਹੀ ਜਾਂ ਉਸ ਤੋਂ ਬਾਅਦ ਵੀ ਉੱਥੇ ਵੀ ਚੱਲੂਗੀ? ਦੇਖੋ ਜੀ, ਪਹਿਲੀ ਤਾਂ ਇਹ ਗੱਲ ਹੈ ਕਿ ਨਵੇਂ ਨੇਮ ਵਿੱਚ ਵੀ ਕਿਧਰੇ ਇਹ ਨਹੀਂ ਲਿਖਿਆ ਗਿਆ ਕਿ ਇਹ ਜਿਹੜਾ ਹੈ ਨਾ ਕੋਈ ਹਵਾਲਾ ਨਹੀਂ ਕਿ ਦਾਇਕੀ ਜਿਹੜਾ ਹੈ ਉਹਦਾ ਕੋਈ ਨੇਮੋ ਬਦਲ ਜਾਂ ਉਹਦਾ ਕੋਈ ਸਬਸਟੀਟਿਊਟ ਹੈ ਹੀ ਨਹੀਂ ਹਵਾਲਾ ਕਿ ਤੁਸੀਂ ਦਾਇਕੀ ਨਾ ਦਿਓ ਤੇ ਆ ਦਿਓ। ਪਹਿਲੇ ਤਾਂ ਇਹ ਗੱਲ ਕਲੀਅਰ ਕਰ ਲਈ। ਹੁਣ ਇੱਕ ਕੁਝ ਮਿਸਾਲ ਐਸੀ ਹੈ ਬਾਈਬਲ ਵਿੱਚ ਜਿੱਥੇ ਲੋਕਾਂ ਨੇ ਦਾਇਕੀ ਦੇਣੀ ਬੰਦ ਕਰ ਦਿੱਤੀ। ਇਹ ਵੀ ਤੇ ਵੇਖੋ, ਨਹਿਮੀਆ ਦੇ ਦੌਰ ਵਿੱਚ ਅਗਰ ਨਹਿਮੀਆ 13 ਬਾਬ ਪਾਰਟ ਤੁਸੀਂ ਲਿਖ ਲਓ ਤੇ ਉਹਦੇ 'ਚ ਹੁੰਦਾ ਹੈ ਕਿ ਨਹਿਮੀਆ ਦੇ ਦੌਰ ਵਿੱਚ ਲੋਕ ਢਿੱਲੇ ਪੈ ਗਏ ਸਨ। ਠੀਕ ਹੈ, ਉਹ ਆਰਾਧਨਾ ਨਹੀਂ ਸਨ ਕਰਦੇ, ਇਬਾਦਤ ਨਹੀਂ ਸਨ ਕਰਦੇ, ਤੇ ਜਿਹੜੇ ਸਬਤ ਜਿਹੜਾ ਸੀ ਨਾ ਉਹਨੂੰ ਵੀ ਮੰਨਣਾ ਬਹੁਤ ਘੱਟ ਹੋ ਗਿਆ ਸੀ, ਤੇ ਲੋਕਾਂ ਨੇ ਦਾਇਕੀ ਦੇਣੀ ਬੰਦ ਕਰ ਦਿੱਤੀ। ਅੱਛਾ। ਔਰ ਉਹਦਾ ਨੁਕਸਾਨ ਕੀ ਹੋਇਆ ਕਿ ਜਿਹੜੇ ਲਿਵਾਈਟ ਸਨ ਜਾਂ ਲੇਵੀ, ਉਹ ਜਨਾਬ
ਆਪਣੇ ਕੰਮ ਨੂੰ, ਰੱਬ ਦੇ ਕੰਮ ਨੂੰ ਛੱਡ ਕੇ ਔਰ ਉਹ ਚਲੇ ਗਏ, ਕਿੱਥੇ ਚਲੇ ਗਏ? ਉਹ ਹਲ ਚਲਾਉਣ ਤੇ ਫਸਲਾਂ ਉਗਾਉਣ ਲਈ, ਕਿਉਂਕਿ ਉਹਨਾਂ ਨੇ ਆਪਣੇ ਖਾਨਦਾਨ ਪਾਲਣੇ ਸਨ। ਤੇ ਇਹ ਨਹਿਮੀਆਂ 13:10 ਵਿੱਚ ਇਹ ਵਾਕਿਆ ਹੈਗਾ। ਔਰ ਜਦੋਂ ਨਹਿਮੀਆਂ ਨੇ ਵੇਖਿਆ ਇਹ ਲਾਵੀ ਵੀ ਖੁਦਾ ਦਾ ਕੰਮ ਹੀ ਬੰਦ ਹੋ ਰਿਹਾ, ਤਾਂ ਯਕੀਨ ਨਾ ਦੇਣ ਦੀ ਵਜ੍ਹਾ ਇੱਕ ਤਜਰਬਾ ਵੇਖਿਆ। ਸੋ ਨਹਿਮੀਆਂ ਨੇ ਕੀ ਕੀਤਾ? ਉਹਨੇ ਸਖਤੀ ਦੇ ਨਾਲ ਉਹਨੇ ਵੇਖਿਆ ਕਿ ਇਹਦਾ ਅਸਰ ਕੀ ਹੋ ਰਿਹਾ। ਇਸੇ ਤਰੀਕੇ ਨਾਲ ਸ਼ਾਇਦ ਅੱਜ ਚਰਚਿਸ ਵਿੱਚ ਲੋਕ ਦਾ ਯਕੀਨ ਨਹੀਂ ਦੇ ਰਹੇ ਤੇ ਕੰਮ ਨਹੀਂ ਚੱਲ ਰਿਹਾ, ਬਰਕਤ ਨਹੀਂ ਆ ਰਹੀ। ਸੋ ਐਨੀਵੇ ਨਹਿਮੀਆਂ ਨੇ 13:11 ਤੇ 12 ਦੇ ਵਿੱਚ ਫਿਰ ਸਖਤੀ ਕੀਤੀ ਤੇ ਫਿਰ ਲੋਕਾਂ ਨੇ ਦੁਬਾਰਾ ਕੀ ਕੀਤਾ? ਦਾਇਕੀਆਂ ਦੇਣੀਆਂ ਸ਼ੁਰੂ ਕੀਤੀਆਂ ਤੇ ਲਾਵੀ ਜਿਹੜੇ ਸਨ ਉਹ ਫਿਰ ਆਪਣੀ ਜਗ੍ਹਾ ਆ ਗਏ। ਇਹ ਦੇਖੋ ਇਹ ਦੁਬਾਰਾ ਦਾਇਕੀ ਇੱਕ ਵਾਰੀ ਰੋਕ ਦਿੱਤੀ ਗਈ ਸੀ ਔਰ ਉਹਦਾ ਨੁਕਸਾਨ ਕੀ ਸੀ। ਸੋ ਇਹਦਾ ਕੁਝ ਹਵਾਲੇ ਲਿਖ ਲਓ ਕਿ ਕਿਸ ਤਰੀਕੇ ਨਾਲ ਫਿਰ ਕੀ ਦੱਸਿਆ ਨਹਿਮੀਆਂ ਚੈਪਟਰ 13 ਵਰਸ 11 ਤੇ 12 ਦੇ ਵਿੱਚ, ਠੀਕ ਹੈ। ਫਿਰ ਨਹਿਮੀਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ 12:44 ਨਹਿਮੀਆਂ 12:44 ਦੇ ਵਿੱਚ ਅਸੀਂ ਵੇਖਦੇ ਹਾਂ ਕਿ ਕਿਸ ਤਰੀਕੇ ਨਾਲ ਇਹ ਦੁਬਾਰਾ ਦੇਣੀ ਸ਼ੁਰੂ ਕੀਤੀ। ਤੇ ਨੰਬਰਸ 18 ਗਿਣਤੀ 18:21 ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਲਾਵੀ ਜਿਹੜੇ ਸਨ ਉਹ ਖੁਦਾ ਦੇ ਕੰਮ ਤੇ ਵਾਪਸ ਆ। ਸੋ ਅੱਜ ਵੀ ਕਲੀਸਿਆਵਾਂ 'ਚ ਦਾਇਕੀ ਜਿਹੜੀ ਹੈ ਨਾ ਉਹ ਅਹਿਮ ਕਿਰਦਾਰ ਅਦਾ ਕਰ ਰਹੀ ਹੈ। ਚਲੋ ਅਸੀਂ ਇਹ ਦੇਖਦੇ ਹਾਂ ਕਿ ਮਲਾਕੀ 10:8 ਤੋਂ 10 ਵਿੱਚ ਖੁਦਾ ਖੁਦ ਆਪਣੇ ਵਿਚਾਰ ਜਿਹੜੇ ਨੇ ਉਹ ਸਾਰਿਆਂ ਨਾਲ ਸਾਂਝੇ ਕਰ ਰਿਹਾ, ਠੀਕ ਹੈ। ਤੇ ਇਹ ਪਾਸਾ ਤੁਹਾਡੇ ਲਈ ਬਿਲਕੁਲ ਆਨੇ ਆ ਅਸੀਂ ਇਹ ਪੜ੍ਹ ਦੋਗੇ ਕਿ ਖੁਦਾ ਦਾ ਕੀ ਹੈ ਵਿਚਾਰ ਮਲਾਕੀ ਦਾ। ਹਾਂ ਦੇਖੋ ਇੱਕ ਗੱਲ ਯਾਦ ਰੱਖੋ, ਖੁਦਾਵੰਦ ਯਿਸੂ ਮਸੀਹ ਸਾਡਾ ਨਮੂਨਾ ਹੈ। ਖੁਦਾਵੰਦ ਯਿਸੂ ਮਸੀਹ ਜਿਹੜੇ ਨੇ ਉਹ ਨਾ ਪੁਰਾਣਾ ਨੇਮ ਪੂਰਾ ਕੀਤਾ ਔਰ ਪੁਰਾਣਾ ਨੇ ਉਦੋਂ ਤੇ ਨਵਾਂ ਨੇਮ ਲਿਖਿਆ ਹੀ ਨਹੀਂ ਸੀ ਗਿਆ ਜੀ। ਇਸ ਲਈ ਪ੍ਰਭੂ ਯਿਸੂ ਮਸੀਹ ਦੀ ਖਿਦਮਤ ਪੁਰਾਣੇ ਨੇਮ ਵਿੱਚ ਜਿਹੜਾ ਸਾਡਾ ਜਿਹਨੂੰ ਅਸੀਂ ਮੰਨਦੇ ਹਾਂ, ਠੀਕ ਹੈ। ਇਹ ਤੇ ਬਾਅਦ ਵਿੱਚ ਮੇਰਾ ਮਤਲਬ ਹੈ ਕਿ ਕਲੀਸਿਆ ਬਣੀ ਹੈ ਨਾ ਔਰ ਉੱਥੇ ਸ਼ੁਰੂ ਹੋਈ। ਲੇਕਿਨ ਇੱਕ ਗੱਲ ਅਸੀਂ ਯਾਦ ਰੱਖਣੀ ਹੈ ਕਿ ਇਹ ਯਹੂਦੀ ਪਹਿਲੇ ਕ੍ਰਿਸਚਨ ਹੋਏ ਸਨ, ਇਹ ਇਹਨਾਂ ਦੀ ਆਦਤ ਹੀ ਸੀ, ਇਸ ਲਈ ਇਹਦੇ ਤੇ ਜ਼ੋਰ ਪਾਇਆ ਹੀ ਨਹੀਂ ਗਿਆ। ਕਿਉਂ? ਉਹ ਦਿੰਦੇ ਸਨ, ਉਹ ਤੇ ਉਹਨਾਂ ਦੇ ਵਿੱਚ ਹੈ ਸੀ, ਠੀਕ ਹੈ। ਇਹ ਸਾਰੇ ਪ੍ਰੈਕਟਿਸ ਕਰਦੇ ਸਨ। ਹਾਂ ਮਲਾਕੀ 10:8-10 ਪੜ੍ਹਦੀ ਤੁਸੀਂ ਕਹਿੰਦੇ ਜੀ। ਹਾਂਜੀ ਮਲਾਕੀ 10:8 ਇਹ ਖੁਦਾ ਦੇ ਵਿਚਾਰ ਨੇ ਜਿਹੜੇ ਹੈ ਸਨ ਅੱਜ ਵੀ ਨੇ ਤੇ ਆਂਦਾ ਵੀ ਹੋਣਗੇ ਜੀ। ਉਸ ਦੇ ਵਿੱਚ ਲਿਖਿਆ ਹੈ ਮਲਾਕੀ 10:8 ਤੋਂ 10 ਦੇ ਵਿੱਚ, ਕੀ ਕਿਸੇ ਮਨੁੱਖ ਲਈ ਪਰਮੇਸ਼ਰ ਨੂੰ ਧੋਖਾ ਦੇਣਾ ਠੀਕ ਹੈ? ਨਹੀਂ, ਪਰ ਤੂੰ ਫਿਰ ਵੀ ਮੈਨੂੰ ਧੋਖਾ ਦੇ ਰਿਹਾ ਹੈ। ਤੂੰ ਪੁੱਛਦਾ ਹੈ ਕਿਸ ਤਰ੍ਹਾਂ ਹੈ? ਆਪਣੇ ਦਸਵੰਧ ਤੇ ਭੇਟਾਵਾਂ ਦੁਆਰਾ। ਤੁਸੀਂ ਸਭ ਸਰਾਪ ਹੇਠ ਆ ਚੁੱਕੇ ਹੋ, ਕਿਉਂਕਿ ਪੂਰੀ ਕੌਮ ਨੇ ਹੀ ਮੈਨੂੰ ਧੋਖਾ ਦਿੱਤਾ ਹੈ। ਸੋ ਤੁਸੀਂ ਆਪਣਾ ਪੂਰਾ ਦਸਵੰਧ ਮੰਦਰ ਵਿੱਚ ਲੈ ਕੇ ਆ, ਤਾਂ ਜੋ ਮੇਰੇ ਘਰ ਵਿੱਚ ਭੋਜਨ ਕਾਫੀ ਹੋਵੇ। ਤੇਰੇ ਇਸ ਕਰਨ ਤੇ ਮੈਂ ਸਵਰਗ ਦੇ ਫਾਟਕ ਤੇਰੇ ਲਈ ਖੋਲ੍ਹ ਦੇਵਾਂਗਾ ਕਿ ਤੇਰੇ ਕੋਲ ਵਸਤੂ ਬਹੁਤਾਤ ਵਿੱਚ ਹੋਵੇ। ਹਾਂਜੀ ਫਿਰ ਹਾਂ ਠੀਕ ਹੈ, ਇਹਨਾਂ 10 ਮਿੰਟ ਮਤਲਬ ਇਹ ਹੋ ਗਿਆ ਜੋ ਰੱਬ ਨੇ ਇੱਥੇ ਕਿਹਾ ਹੈ ਨਵੇਂ ਨੇਮ ਵਿੱਚ ਕਿਧਰੇ ਨਹੀਂ ਕੈਂਸਲ ਕੀਤਾ ਗਿਆ, ਜਾਂ ਤਾਂ ਕੋਈ ਵਰਸ ਹੋਵੇ। ਅੱਛਾ ਫਿਰ ਹੁਣ ਵੈਜੀ ਗੱਲ ਇਹ ਹੈ ਕਿ ਇਹ ਪੁਰਾਣੇ ਨੇਮ ਦੀਆਂ ਤਾਲੀਮ ਇੰਸਟਰਕਸ਼ਨਸ ਜਿਹੜੀਆਂ ਨੇ ਨਾ ਉਹ ਸਾਡੇ ਲਈ ਅੱਜ ਵੀ ਨੇ, ਠੀਕ ਹੈ, ਅੱਜ ਵੀ ਨੇ। ਮਿਸਾਲ ਦੇ ਤੌਰ ਤੇ ਤੁਸੀਂ ਦੇਖੋ ਇਫਸੀਆਂ 2:20 ਇਹ ਪੜ੍ਹੋ ਜੀ। ਇਹ ਯਾਨੀ ਕਿ ਇਹ ਤਦਾਈ ਕਲੀਸਿਆ ਦੇ ਸ਼ੁਰੂ ਹੋਣ ਤੋਂ ਪਹਿਲੇ ਤੱਕ ਪੁਰਾਣਾ ਐਲਾਨਾਮਾ ਹੀ ਲਾਗੂ ਸੀ। ਹਾਂਜੀ
ਇਫਸੀਆਂ 2:20 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਹੁਣ ਤੁਸੀਂ ਵੀ ਇਸ ਇਮਾਰਤ ਦੇ ਅੰਗ ਹੋ ਜਿਸ ਦੀ ਨੀਂਹ ਰਸੂਲ ਅਤੇ ਨਬੀ ਹਨ। ਜਿਹਦੀ ਨਸੀਬ ਹਾਂ ਜਿਸ ਦੀ ਨੀਂਹ ਰਸੂਲ ਤੇ ਨਬੀ ਹਨ, ਉਹ ਜਿਹੜੇ ਪੁਰਾਣੇ ਨੇ, ਹਾਂਜੀ। ਅਤੇ ਜਿਸ ਦੇ ਕੋਨੇ ਦਾ ਪੱਥਰ ਮਸੀਹ ਆਪ ਹੈ। ਹਾਂਜੀ, ਅਸੀਂ ਉਸੇ ਇਮਾਰਤ ਦਾ ਅੰਗ ਹੈ ਜਿਹਦੀ ਨੀਂਹ ਨਬੀਆਂ ਦੀ ਹੈ। ਹਾਂਜੀ। ਹੁਣ ਚੱਕਰ ਅਸੀਂ ਉਹ ਤੋਂ ਵੱਖਰੇ ਨਹੀਂ। ਫਿਰ ਇਹ ਨਾ ਇਹ ਜਿਹੜੇ ਨਏ ਨਾਮੇ ਦੀ ਕਲੀਸਿਆ ਹੈ, ਉਹਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪੁਰਾਣੇ ਜਿਹੜੇ ਕਾਨੂੰਨ ਲਾਗੂ ਜਿਹੜੇ ਹੋਏ ਨੇ ਉਹ ਕੈਂਸਲ ਨਹੀਂ ਹੋਏ। ਇਹ ਵਰਸਿਸ ਪੜ੍ਹੋ ਜੀ ਗੁਰੂ ਜੀ, ਰੋਮੀਓ 15:4 ਲਿਖੋ ਤੇ ਪਹਿਲਾ ਕਰੰਥੀਆਂ 10:11, ਕਿਉਂਕਿ ਇਹ ਸਾਡੇ ਲਈ ਇੱਕ ਗਾਈਡਲਾਈਨ ਨੇ। ਅਗਰ ਉਹ ਨਾ ਹੁੰਦੀਆਂ ਜਾਂ ਉਹ ਖਤਮ ਹੋ ਜਾਂਦਾ, ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ। ਅੱਛਾ, ਇੱਕ ਚੀਜ਼ ਯਾਦ ਰੱਖੀਏ ਕਿ ਉਹ ਚੀਜ਼ਾਂ ਪੁਰਾਣੇ ਨੇਮ ਦੇ ਹੁਕਮ ਜਾਂ ਜੋ ਕੁਝ ਵੀ ਸੀ ਨਏ ਨੇਮ ਵਿੱਚ ਜਿਨ੍ਹਾਂ ਦਾ ਜ਼ਿਕਰ ਨਹੀਂ ਆਇਆ, ਮਿਸਾਲ ਦੇ ਤੌਰ ਤੇ ਕਿ ਖੁਦਾਵੰਦ ਯਿਸੂ ਮਸੀਹ ਪੁਰਾਣੇ ਨੇਮ ਵਿੱਚ ਸੀ ਦੰਦ ਦੇ ਬਦਲੇ ਦੰਦ, ਅੱਖ ਦੇ ਬਦਲੇ ਅੱਖ। ਇੱਥੇ ਖੁਦਾਵੰਦ ਯਿਸੂ ਮਸੀਹ ਨੇ ਉਹਨੂੰ ਤਬਦੀਲ ਕੀਤਾ। ਹੁਣ ਅਸਾਂ ਦੰਦ ਦੇ ਬਦਲੇ ਦੰਦ, ਅੱਖ ਦੇ ਬਦਲੇ ਅੱਖ ਨਹੀਂ, ਬਲਕਿ ਯਿਸੂ ਨੇ ਕਿਹਾ ਉਹ ਜਿਹੜੇ ਤੇਰੇ ਇੱਕ ਗੱਲ ਤੇ ਤਮਾਚਾ ਮਾਰੇ ਹੈ ਦੂਸਰਾ ਵੀ ਫੇਰ ਦੇ। ਇਹ ਲੌਸ ਜਿਨ੍ਹਾਂ ਦਾ ਜ਼ਿਕਰ ਪੁਰਾਣੇ ਨੇਮ ਦਾ ਇੱਥੇ ਆ ਗਿਆ, ਠੀਕ ਹੈ, ਉਹਦੇ ਤੇ ਅਸੀਂ ਉਹ ਸਾਡੇ ਲਈ ਲਾਗੂ ਨਹੀਂ ਨੇ। ਲੇਕਿਨ ਜਿਨ੍ਹਾਂ ਦਾ ਜ਼ਿਕਰ ਨਏ ਨੇਮ ਵਿੱਚ ਨਹੀਂ ਆਇਆ ਉਹ ਲਾਗੂ ਜੇ। ਨਵੇਂ ਨੇਮ ਵਿੱਚ ਇਹ ਵੀ ਨਹੀਂ ਆਇਆ ਕਿ ਦਾ ਯਕੀਨਾ ਦੋ, ਇਸ ਦਾ ਮਤਲਬ ਹੈ ਉਹ ਲਾਗੂ। ਠੀਕ ਹੈ, ਚਲੋ ਇਹ ਨਸੀਹਤ ਲਈ ਸਾਨੂੰ ਪੁਰਾਣਾ ਰੈਫਰੈਂਸ ਦਿੱਤੇ ਗਏ ਨੇ ਕਿ ਅਸੀਂ ਇਹਨੂੰ ਜ਼ਿਹਨ ਵਿੱਚ ਰੱਖੀਏ ਮੌਜੂਦਾ ਚਰਚ। ਹਾਂਜੀ, ਆਪਾਂ ਪੜ੍ਹਦੇ ਹਾਂ ਜੀ ਰੋਮੀਆਂ 15:4 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਜੋ ਕੁਝ ਵੀ ਧਰਮ ਗ੍ਰੰਥ ਵਿੱਚ ਲਿਖਿਆ ਗਿਆ ਹੈ। ਕਿਹੜਾ? ਓਲਡ ਟੈਸਟਮੈਂਟ ਵਿੱਚ। ਹਾਂ, ਕਿਉਂਕਿ ਉਸ ਸਮੇਂ ਤਾਂ ਇਹਨਾਂ ਕੋਲ ਓਲਡ ਟੈਸਟਮੈਂਟ ਹੀ ਹੁੰਦਾ ਸੀਗਾ ਨਾ। ਹਾਂ, ਹਾਂਜੀ, ਜੋ ਕੁਝ ਵੀ ਧਰਮ ਗ੍ਰੰਥ ਵਿੱਚ ਲਿਖਿਆ ਗਿਆ ਹੈ ਸਾਡੀ ਸਿੱਖਿਆ ਲਈ ਲਿਖਿਆ ਗਿਆ ਹੈ। ਕਾਹਦੇ ਲਈ? ਸਿੱਖਿਆ ਲਈ ਕਿ ਦਾਦ ਯਕੀ ਦੇਣੀ ਹੈ ਤੇ ਦੇਣੀ ਹੈ। ਹਾਂਜੀ, ਕਿ ਉਸ ਤੋਂ ਧੀਰਜ ਅਤੇ ਉਤਸ਼ਾਹ ਪ੍ਰਾਪਤ ਕਰਕੇ ਅਸੀਂ ਆਸਵਾਨ ਹੋਈਏ। ਬੜਾ ਹੀ ਕਲੀਅਰ। ਹਾਂਜੀ, ਉਹ ਜਿਨ੍ਹਾਂ ਦੀ ਅਮੈਂਡਮੈਂਟ ਹੋਈ ਹੈ ਉਹ ਸਾਡੇ ਤੇ ਲਾਗੂ ਨਹੀਂ। ਹਾਂਜੀ, ਠੀਕ ਹੈ, ਜਿਸ ਤਰ੍ਹਾਂ ਮਿਸਾਲ ਦਿੱਤੀ ਹੈ, ਲੇਕਿਨ ਟਾਈਪ ਦਾ ਤੇ ਨਹੀਂ ਹੋਇਆ। ਤੇ ਪਹਿਲਾ ਕਰੰਥੀਆਂ 10:11 ਵੀ ਦੇਖ ਲਓ, ਇਹ ਬੜੀ ਚੇਤਾਵਨੀ ਦਿੱਤੀ ਗਈ ਹੈ। ਐਵੇਂ ਨਾ ਅਸੀਂ ਆਖੀਏ ਕਿ ਜੀ ਪੁਰਾਣਾ ਨੇਮ ਸ਼ਾਇਦ ਤੁਸੀਂ ਜ਼ਿਕਰ ਕਰ ਰਹੇ ਸੋ ਖਤਮ ਹੋ ਗਿਆ ਜਾਂ ਕੀ ਹੋਇਆ। ਉਹ ਨਹੀਂ, ਉਹ ਅੱਜ ਤੱਕ ਸਾਡੇ ਨਾਲ ਅਟੈਚ ਹੈ। ਹਾਂਜੀ, ਤੇ ਆਪਾਂ ਪੜ੍ਹਦੇ ਹਾਂ ਜੀ ਪਹਿਲਾ ਕਰੰਥੀਆਂ 10:11 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਇਹ ਸਭ ਜੋ ਉਸਨੇ ਆਪ ਉਸਦੇ ਨਾਲ ਆਪ ਵਾਪਰਿਆ ਉਹ ਸਭ ਉਦਾਹਰਨ ਦੇ ਤੌਰ ਤੇ ਹੋਇਆ ਅਤੇ ਸਾਨੂੰ ਸਾਵਧਾਨ ਕਰਨ ਲਈ ਲਿਖਿਆ ਗਿਆ ਸੀ, ਕਿਉਂਕਿ ਅਸੀਂ ਇਹੋ ਜਿਹੇ ਯੁੱਗ ਦੇ ਅੰਤ ਸਮੇਂ ਵਿੱਚ ਰਹਿ ਰਹੇ ਹਾਂ। ਹਾਂਜੀ, ਠੀਕ ਹੈ। ਹਾਂਜੀ, ਬਿਲਕੁਲ ਪੁਰਾਣਾ। ਹਾਂ, ਇਹ ਆਪਣੇ ਜਿਹੜੇ ਇਜ਼ਰਾਈਲੀਆਂ ਨੇ ਉਹ ਜਿਹੜਾ ਆਪਣੇ ਗੁੜਗੜਾਏ ਉਹ ਜੋ ਜੀ ਹਾਂ ਹਾਂਜੀ, ਇਹ ਉਹਨਾਂ ਲਈ ਨਹੀਂ। ਹਾਂਜੀ, ਸੋ ਇਸ ਲਈ ਸਾਨੂੰ ਬੜੇ ਧਿਆਨ ਨਾਲ ਚੱਲਣਾ ਹੈਗਾ ਜੀ ਮੌਜੂਦਾ ਚਰਚ ਨੂੰ। ਮਲਾਕੀ 4:4 ਤੇ ਪੜ੍ਹ ਦਿਓ ਜੀ ਸਰ। ਹਾਂਜੀ, ਓਕੇ ਜੀ, ਲਓ ਜੀ ਆਪਾਂ ਪੜ੍ਹਦੇ ਹਾਂ ਜੀ ਮਲਾਕੀ 4:4, ਕਿਉਂਕਿ ਗੱਲ ਹੋ ਰਹੀ ਹੈ ਦਸਵੰਧ ਉੱਤੇ। ਹਾਂਜੀ, ਹਾਂਜੀ, ਕਿ ਉਹ ਤੁਸੀਂ ਕਹਿ ਰਹੇ ਹੋ ਉਦੋਂ ਦਾ ਸ਼ੁਰੂ ਹੋਇਆ, ਵਿੱਚ ਲੋਕਾਂ ਨੇ ਰੋਕਿਆ, ਫਿਰ ਜਾਰੀ ਹੋਇਆ ਨਹਿਮੀਆ ਨੇ, ਲੇਕਿਨ ਅੱਜ ਤੱਕ ਜਾਰੀ ਹੈ। ਹਾਂਜੀ, ਤੇ ਮਲਾਕੀ 4:4 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਪਰ ਤੁਸੀਂ ਮੇਰੇ ਦਾਸ ਮੂਸਾ ਦੇ ਦੁਆਰਾ ਤੁਹਾਨੂੰ ਮਿਲੀਆਂ ਉਹਨਾਂ ਸਭ ਵਿਧੀਆਂ ਤੇ ਨਿਯਮਾਂ ਨੂੰ ਮੰਨਣਾ ਜਿਨ੍ਹਾਂ ਦੀ ਮੈਂ ਉਸ ਨੂੰ ਹੋਰੇਬ ਪਹਾੜ ਅਰਥਾਤ ਸਿਨੈ ਪਹਾੜ ਉੱਤੇ ਆਗਿਆ ਦਿੱਤੀ ਸੀ। ਇਹ ਖੁਦਾ ਨੇ ਉਦੋਂ ਵੀ ਕਿਹਾ, ਅੱਜ ਵੀ ਹੈ। ਹੁਣ ਖੁਦਾ ਯਿਸੂ ਮਸੀਹ ਤੇ ਆਓ, ਮਤੀ ਉਹਦੀ 23:23 ਦੇ ਵਿੱਚ ਕਿ ਪ੍ਰਭੂ ਯਿਸੂ ਮਸੀਹ ਜਿਹੜੇ ਧਰਮ ਦੇ ਜਿਹੜੇ ਆਗੂ ਸਨ,
ਫਰੀਸੀ ਫਕੀ ਹਾਂਜੀ ਉਹਨਾਂ ਤੇ ਅਫਸੋਸ ਕਰਕੇ ਉਹਨਾਂ ਨੂੰ ਕਹਿ ਰਹੇ ਨੇ ਯਾਰ ਤੁਸੀਂ ਇਹ ਪੁਦੀਨੇ ਤੇ ਹੈ ਇਹ ਪੜ੍ਹ ਦਿਓ। ਹਾਂਜੀ ਜੀ। ਮੱਤੀ 23:23 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਹੇ ਪਖੰਡੀ ਧਰਮ ਗ੍ਰੰਥੀਓ ਹਾਂਜੀ ਅਤੇ ਫਰੀਸੀਓ, ਅਫਸੋਸ ਹੈ ਤੁਹਾਡੇ ਉੱਤੇ। ਪਰਮੇਸ਼ਰ ਦੇ ਅੱਗੇ ਚੜਾਵੇ ਦੇ ਤੌਰ ਤੇ ਹਰ ਪ੍ਰਕਾਰ ਦੀਆਂ ਹਰੀਆਂ ਸਬਜ਼ੀਆਂ ਅਰਥਾਤ ਪੁਦੀਨਾ, ਸੌਂਫ ਅਤੇ ਜੀਰੇ ਦਾ 10ਵਾਂ ਹਿੱਸਾ ਚੜਾਉਂਦੇ ਹੋ, ਪਰ ਤੁਸੀਂ ਨੇਮ ਸ਼ਾਸਤਰ ਦੀਆਂ ਅਸਲ ਸਿੱਖਿਆਵਾਂ ਅਰਥਾਤ ਨਿਆਂ, ਦਇਆ ਅਤੇ ਵਿਸ਼ਵਾਸ ਦੀ ਉਲੰਘਣਾ ਕਰਦੇ ਹੋ। ਚੰਗਾ ਹੁੰਦਾ ਕਿ ਤੁਸੀਂ ਪਰਮੇਸ਼ਰ ਨੂੰ 10ਵਾਂ ਹਿੱਸਾ ਵੀ ਦਿੰਦੇ ਅਤੇ ਉਸ ਦੇ ਨਿਆਂ, ਦਇਆ ਤੇ ਵਿਸ਼ਵਾਸ ਦੀ ਉਲੰਘਣਾ ਵੀ ਨਾ ਕਰਦੇ। ਪ੍ਰਭੂ ਯਿਸੂ ਮਸੀਹ ਨੇ ਦਸਵੰਧ ਨੂੰ, ਟਾਇਥ ਨੂੰ ਐਕਨੋਲੇਜ ਕੀਤਾ ਹੈ, ਬਲਕਿ ਉਹ ਜਿਹੜੇ ਬਹੁਤ ਹੀ ਕੱਟਰ ਸਨ ਉਹਨਾਂ ਨੂੰ ਕਹਿੰਦਾ ਤੁਸੀਂ ਉਹ ਨਹੀਂ ਕੰਮ ਕਰ ਰਹੇ। 10ਵਾਂ ਇਹ ਵੀ ਠੀਕ ਹੈ, ਪੁਦੀਨੇ ਉੱਤੇ, ਸੌਂਫ ਉੱਤੇ, ਜੋ ਵੀ ਇੱਥੇ ਹੈ, ਲੇਕਿਨ ਚਾਹੀਦਾ ਸੀ ਕਿ ਉਧਰ ਰੱਬ ਨੂੰ ਵੀ ਦਿੰਦੇ 10ਵਾਂ। ਸੋ ਪ੍ਰਭੂ ਯਿਸੂ ਨੇ ਤੇ ਜੇ ਤੁਸੀਂ ਦੇਖ ਲਓ ਉਹਨਾਂ ਨੇ ਤੇ ਕਿਹਾ ਵੀ ਦੇਣਾ। ਹੁਣ ਇੱਥੇ ਨਾ ਇਬਰਾਨੀਓ ਦੀ ਕਿਤਾਬ ਜਿਹੜੀ ਹੈ ਬੜੀ ਜੀ, ਇਹ ਬੜੀ ਲੇਟ ਲਿਖੀ ਗਈ, ਠੀਕ ਹੈ, ਤੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਨਜ਼ਰ ਆਉਂਦੀਆਂ ਨੇ, ਠੀਕ ਹੈ, ਜਿਹਦੀ ਵਜ੍ਹਾ ਨਾਲ ਅਸੀਂ ਨਾ ਸਮਝੀ ਦੀ ਵਜ੍ਹਾ ਨਾਲ ਅਸੀਂ ਕੁਝ ਗਲਤ ਹੀ ਸਮਝ ਰਹੇ ਹਾਂ ਜੀ, ਠੀਕ ਹੈ। ਸੋ ਦੇਖੋ ਇੱਕ ਗੱਲ ਯਾਦ ਰੱਖੋ, ਜੇ ਇਸਰਾਈਲ ਲਈ ਇਹ ਗੱਲ ਹੈ, ਹੁਣ ਨਵੇਂ ਨੇਮ ਦੇ ਵਿੱਚ ਮੈਂ ਆ ਰਿਹਾ ਤੇ ਖੁਦਾ ਨੇ ਕਲੀਸਿਆ ਨੂੰ ਵੀ ਇਸਰਾਈਲ ਕਿਹਾ ਹੈ, ਚਰਚ ਨੂੰ ਵੀ ਇਸਰਾਈਲ ਕਿਹਾ ਹੈ। ਗਲਤੀਆਂ 6:16, ਮਤੀ 21:43, ਗਲੇਸ਼ੀਅਨ ਚੈਪਟਰ 6 ਵਰਸ 16 ਤੇ ਮੈਥਿਊ ਚੈਪਟਰ 21 ਵਰਸ 43, 1 ਪੀਟਰ ਚੈਪਟਰ 2 ਵਰਸ 9 ਐਂਡ 10। यानी गलतियाँ 6:16, मती 21:43, पहला पतरस 2:9 ਤੇ 10। ਇਹ ਇਸਰਾਈਲੋ ਚਰਚ ਵਾਲਿਓ, ਤੁਸੀਂ ਇਸਰਾਈਲ ਦੇਖੋ ਤੇ ਸਹੀ ਜ਼ਰਾ ਜੀ ਪਲੀਜ਼, ਇਹ ਪੜ੍ਹ ਦਿਓ ਫਿਰ ਅੱਗੇ ਮੂਵ ਕਰ ਲਾਂਗੇ। ਹਾਂਜੀ ਇਹ ਪੜ੍ਹ ਕੇ ਫਿਰ ਫਿਨਿਸ਼ ਹਾਂਜੀ ਕਰਕੇ ਜੀ, ਗਲਤੀਆਂ 6:16 ਦੇਖ ਲਓ। ਹਾਂਜੀ ਆਪਾਂ ਪੜ੍ਹਦੇ ਹਾਂ ਜੀ ਗਲਤੀਆਂ 6:16 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਚਰਚ ਖੁਦਾ ਦਾ ਇਸਰਾਈਲ ਹੈ। ਹਾਂਜੀ ਬਿਲਕੁਲ ਜੀ। ਗਲਤੀਆਂ 6:16, ਜੋ ਇਸ ਨਿਯਮ ਤੇ ਚੱਲਦੇ ਹਨ ਉਹਨਾਂ ਨੂੰ ਅਤੇ ਪਰਮੇਸ਼ਰ ਦੇ ਸਭ ਲੋਕਾਂ ਨੂੰ ਸ਼ਾਂਤੀ ਤੇ ਕਿਰਪਾ ਦਾ ਦਾਨ ਮਿਲੇ। 6:16 ਗਲਤੀਆਂ ਹਾਂਜੀ ਇਹ ਲਿਖਿਆ ਹੈ ਜੀ, ਠੀਕ ਹੈ, ਜੋ ਇਸ ਤੇ ਚੱਲਦੇ ਨੇ। ਅੱਗੇ ਦੇਖ ਲਓ ਪਹਿਲਾ ਪਤਰਸ 2:9 ਤੇ 10 ਦੇ। ਓਕੇ, ਪਹਿਲਾ ਪਤਰਸ ਜੀ 2:9 ਤੇ 10 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। ਪਹਿਲਾ ਪਤਰਸ 2:9 ਤੇ 10 ਵਿੱਚ ਇਸ ਤਰ੍ਹਾਂ ਲਿਖਿਆ ਹੈ, ਪਰ ਤੁਸੀਂ ਚੁਣਿਆ ਵੰਸ਼, ਰਾਜਸੀ ਪੁਰੋਹਿਤ ਦਾ ਦਲ, ਪਵਿੱਤਰ ਕੌਮ ਅਤੇ ਪਰਮੇਸ਼ਰ ਦੇ ਆਪਣੇ ਲੋਕ ਹੋ ਕਿ ਤੁਸੀਂ ਉਸ ਦੇ ਵੱਡੇ ਕੰਮਾਂ ਦਾ ਪ੍ਰਚਾਰ ਕਰੋ ਜਿਸ ਨੇ ਤੁਹਾਨੂੰ ਹਨੇਰੇ ਵਿੱਚੋਂ ਆਪਣੇ ਅਦਭੁਤ ਚਾਨਣ ਵਿੱਚ ਸੱਦਿਆ ਹੈ। ਇੱਕ ਸਮਾਂ ਸੀ ਜਦੋਂ ਤੁਸੀਂ ਕੁਝ ਵੀ ਨਹੀਂ ਸੌ, ਪਰ ਹੁਣ ਤੁਸੀਂ ਪਰਮੇਸ਼ਰ ਦੇ ਲੋਕ ਹੋ। ਉਸ ਸਮੇਂ ਉਸ ਦੀ ਦਇਆ ਤੋਂ ਬਾਹਰ ਸੌ, ਪਰ ਹੁਣ ਤੁਸੀਂ ਉਸ ਨੂੰ ਪ੍ਰਾਪਤ ਕਰ ਚੁੱਕੇ ਹੋ। ਹੁਣ ਇੱਕ ਵਰਸ ਹੋਰ ਪੜ੍ਹ ਦਿਓ, ਮਤੀ ਵਾਲੀ 21:43। ਐਕਚੁਅਲੀ ਹਰ ਮਸੀਹੀ ਜਿਹੜਾ ਹੈ ਉਹ ਪੁਰੋਹਿਤ ਹੈ, ਕਾਹਨ ਹੈ, ਠੀਕ ਹੈ। ਹਾਂਜੀ ਹੁਣ ਕਾਹਨ, ਲਾਵੀ, ਇਹ ਸਾਰੀ ਖਿਦਮਤ ਦੇ ਵਿੱਚ ਸਾਨੂੰ ਰੂਹਾਨੀ ਤੌਰ ਤੇ ਇਸਰਾਈਲ ਕਿਹਾ ਗਿਆ ਹੈ। ਕੁਝ ਆਇਤਾਂ ਨੋਟ ਹੋਰ ਕਰ ਲੈਣਾ, ਚਲੋ ਇਹ ਪੜ੍ਹ ਦਿਓ। ਹਾਂਜੀ ਆਪਾਂ ਪੜ੍ਹਦੇ ਹਾਂ ਜੀ 21:43 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਮਤੀ 21:43। ਹਾਂਜੀ, ਪ੍ਰਭੂ ਯਿਸੂ ਨੇ ਅੱਗੇ ਉਹਨਾਂ ਨੂੰ ਕਿਹਾ, ਇਸ ਲਈ ਯਾਦ ਰੱਖੋ ਪਰਮੇਸ਼ਰ ਦਾ ਰਾਜ ਤੁਹਾਡੇ ਕੋਲੋਂ ਲੈ ਲਿਆ ਜਾਵੇਗਾ ਅਤੇ ਉਹਨਾਂ ਲੋਕਾਂ ਨੂੰ ਦਿੱਤਾ ਜਾਵੇਗਾ ਜੋ ਠੀਕ ਫਲ ਦਿੰਦੇ ਹਨ। ਤੇ ਗਲਤੀਆਂ 3:14, ਗਲਤੀਆਂ 3:29, ਇਫਸੀਆਂ 3:6 ਦੇ ਮੁਤਾਬਿਕ ਅਸੀਂ ਰੂਹਾਨੀ ਇਸਰਾਈਲ ਹਾਂ ਤੇ ਇਬਰਾਹਿਮ, ਇਸਹਾਕ, ਯਾਕੂਬ ਦੇ ਵੰਸ਼
ਦੇ ਵਿੱਚ ਯਾਨੀ ਉਹਦੇ ਬਦਨ ਵਿੱਚ, ਉਹਦੇ ਵਾਲਿਆਂ 'ਚ ਤੇ ਉਹਦੀ ਵਿਰਾਸਤ 'ਚ ਸ਼ਾਮਲ। ਹਾਂਜੀ ਅਗਲੀ ਰਿਕਾਰਡਿੰਗ ਕਰ। ਹਾਂਜੀ ਆਪਾਂ ਇੱਥੇ ਫਿਨਿਸ਼ ਕਰਦੇ ਹਾਂ ਜੀ। ਹਾਂਜੀ। ਪਰਮੇਸ਼ਰ ਪਿਤਾ ਦਾ ਸ਼ੁਕਰ ਕਰਦੇ ਹਾਂ ਜੋ ਕੁਝ ਵੀ ਆਪਦੇ ਵਚਨ ਦੇ ਵਿੱਚੋਂ ਪੜ੍ਹਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ ਪਵਿੱਤਰ ਆਤਮਾ ਦੁਆਰਾ, ਉਹ ਸਾਡੇ ਸਭ ਦੇ ਅੰਦਰ ਵਸ ਜਾਏ ਔਰ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਦੇ ਵਿੱਚ ਢੱਕਦੇ ਹਾਂ ਤਾਂ ਕਿ ਚੋਰ ਦੁਸ਼ਮਣ ਇਸ ਨੂੰ ਚੁਰਾ ਨਾ ਸਕੇ ਔਰ ਇਹ ਵਚਨ ਬਹੁਤ ਸਾਰਾ ਫਲ ਲੈ ਕੇ ਆਵੇ ਔਰ ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ।